ਤੁਸੀਂ ਇੱਧਰ ਆ ਜਾਓ ਥੋੜਾ। ਨਮਸਕਾਰ, ਸਵਾਗਤ ਹੈ ਜੀ ਖਬਰਾਂ ਦੇ ਇਸ ਬੁਲੇਟਿਨ ਵਿੱਚ। ਮੈਂ ਰਮਨ ਕੁਮਾਰ। ਪਹਿਲਾਂ ਇੱਕ ਨਜ਼ਰ ਚੋਣਵੀਆਂ ਖਬਰਾਂ ਤੇ। ਦੇਸ਼ ਭਰ ਵਿੱਚ ਕਰੋਨਾ ਵਾਇਰਸ ਦੀ ਪੁਸ਼ਟੀ ਵਾਲੇ ਕੇਸਾਂ ਦੀ ਗਿਣਤੀ 12,000 ਦੇ ਕਰੀਬ ਪਹੁੰਚੀ। 1,488 ਮਰੀਜ਼ ਸਿਹਤਯਾਬ ਹੋਏ। ਪੰਜਾਬ ਵਿੱਚ ਕੋਵਿਡ-19 ਦੇ 5 ਨਵੇਂ ਕੇਸ ਸਾਹਮਣੇ ਆਏ। ਸੂਬੇ ਵਿੱਚ ਵਾਇਰਸ ਤੋਂ ਪੀੜਤ ਮਰੀਜ਼ਾਂ ਦੀ ਗਿਣਤੀ 188 ਹੋਈ। ਕੇਂਦਰੀ ਖਜ਼ਾਨਾ ਮੰਤਰੀ ਨਿਰਮਲਾ ਸੀਤਾਰਮਨ ਨੇ ਕਿਹਾ ਕਿ ਮੁਦਰਾ ਨੀਤੀ ਦੇ ਫੈਸਲਿਆਂ ਨਾਲ ਅਰਥਚਾਰੇ ਦੀ ਖੜੋਤ ਨੂੰ ਦੂਰ ਕੀਤਾ ਜਾਏਗਾ। ਕੇਂਦਰੀ ਖੇਤੀਬਾੜੀ ਮੰਤਰਾਲੇ ਵੱਲੋਂ ਖਰਾਬ ਹੋਣ ਵਾਲੀਆਂ ਜਿਣਸਾਂ ਦੀ ਅੰਤਰ ਸੂਬਾਈ ਢੋਆ ਢੁਆਈ ਜਾਰੀ ਰੱਖਣ ਲਈ ਕਾਲ ਸੈਂਟਰ ਸਥਾਪਿਤ। ਕੌਮਾਂਤਰੀ ਮੁਦਰਾ ਕੋਸ਼ ਨੇ ਭਾਰਤ ਵੱਲੋਂ ਲਾਕਡਾਊਨ ਦੀ ਮਿਆਦ ਵਧਾਏ ਜਾਣ ਦੇ ਫੈਸਲੇ ਦੀ ਸ਼ਲਾਘਾ ਕੀਤੀ। ਪੰਜਾਬ ਵਿੱਚ ਕਣਕ ਦੀ ਸਰਕਾਰੀ ਖਰੀਦ ਦੇ ਕੱਲ੍ਹ ਪਹਿਲੇ ਦਿਨ ਏਜੰਸੀਆਂ ਵੱਲੋਂ 3,119 ਮੀਟ੍ਰਿਕ ਟਨ ਕਣਕ ਦੀ ਖਰੀਦ। BCCI ਵੱਲੋਂ ਲਾਕਡਾਊਨ ਦੇ ਚਲਦਿਆਂ IPL ਅਣਮਿੱਥੇ ਸਮੇਂ ਲਈ ਮੁਲਤਵੀ। ਤੇ ਹੁਣ ਖਬਰਾਂ ਵਿਸਥਾਰ ਨਾਲ। ਦੇਸ਼ ਭਰ ਵਿੱਚ ਕਰੋਨਾ ਵਾਇਰਸ ਦੀ ਪੁਸ਼ਟੀ ਵਾਲੇ ਕੇਸਾਂ ਦੀ ਗਿਣਤੀ 12,000 ਦੇ ਕਰੀਬ ਪਹੁੰਚ ਗਈ ਹੈ। ਕੇਂਦਰੀ ਸਿਹਤ ਮੰਤਰਾਲੇ ਵੱਲੋਂ ਦਿੱਤੀ ਗਈ ਜਾਣਕਾਰੀ ਮੁਤਾਬਕ ਹੁਣ ਤੱਕ ਇਸ ਮਹਾਮਾਰੀ ਨਾਲ 414 ਜਣਿਆਂ ਦੀ ਮੌਤ ਹੋ ਚੁੱਕੀ ਹੈ, ਜਦਕਿ 1,488 ਮਰੀਜ਼ਾਂ ਨੂੰ ਸਿਹਤਯਾਬ ਹੋਣ ਮਗਰੋਂ ਹਸਪਤਾਲਾਂ ਤੋਂ ਛੁੱਟੀ ਦਿੱਤੀ ਗਈ ਹੈ। ਨਵੀਂ ਦਿੱਲੀ ਵਿੱਚ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸਿਹਤ ਮੰਤਰਾਲੇ ਦੇ ਅਧਿਕਾਰੀ ਨੇ ਦੱਸਿਆ ਕਿ ਦੇਸ਼ ਭਰ ਦੇ ਜ਼ਿਲ੍ਹਿਆਂ ਨੂੰ 3 ਕੈਟੇਗਰੀਆਂ ਤਹਿਤ ਵੰਡਿਆ ਗਿਆ ਹੈ, ਜਿਨ੍ਹਾਂ ਵਿੱਚ ਹੌਟਸਪੌਟ ਜ਼ਿਲ੍ਹੇ, ਨਾਨ ਹੌਟਸਪੌਟ ਅਤੇ ਅਗਰੀਨ ਜ਼ੋਨ ਜ਼ਿਲ੍ਹੇ ਬਣਾਏ ਗਏ ਹਨ। ਉਹਨਾਂ ਦੱਸਿਆ ਕਿ ਜਿਨ੍ਹਾਂ ਜ਼ਿਲ੍ਹਿਆਂ ਵਿੱਚ ਕੋਰੋਨਾ ਦੇ ਕੇਸ ਵੱਡੀ ਗਿਣਤੀ ਪਾਏ ਗਏ ਹਨ, ਉਹਨਾਂ ਨੂੰ ਹੌਟਸਪੌਟ ਐਲਾਨਿਆ ਗਿਆ ਹੈ। ਅਧਿਕਾਰੀ ਨੇ ਦੱਸਿਆ ਕਿ ਨਾਨ ਹੌਟਸਪੌਟ ਜ਼ਿਲ੍ਹੇ ਵਿੱਚ ਘੱਟ ਗਿਣਤੀ ਕੇਸਾਂ ਵਾਲੇ ਇਲਾਕਿਆਂ ਨੂੰ ਸ਼ਾਮਲ ਕੀਤਾ ਗਿਆ ਹੈ। ਜਿਨ੍ਹਾਂ ਜ਼ਿਲ੍ਹਿਆਂ ਵਿੱਚ ਕੋਵਿਡ-19 ਦਾ ਕੋਈ ਵੀ ਮਾਮਲਾ ਸਾਹਮਣੇ ਨਹੀਂ ਆਇਆ, ਉਹਨਾਂ ਨੂੰ ਗ੍ਰੀਨ ਜ਼ੋਨ ਵਿੱਚ ਪਾਇਆ ਗਿਆ ਹੈ। ਸਿਹਤ ਮੰਤਰਾਲੇ ਮੁਤਾਬਕ ਦੇਸ਼ ਭਰ ਵਿੱਚ 170 ਜ਼ਿਲ੍ਹਿਆਂ ਨੂੰ ਹੌਟਸਪੌਟ ਅਤੇ 207 ਨਾਨ ਹੌਟਸਪੌਟ ਜ਼ਿਲ੍ਹੇ ਐਲਾਨੇ ਗਏ ਹਨ। ਕੋਵਿਡ-19 ਪੰਜਾਬ ਵਿੱਚ ਅਜੇ ਵੀ ਪੈਰ ਪਸਾਰਦਾ ਨਜ਼ਰ ਆ ਰਿਹਾ ਹੈ। ਬੀਤੇ ਦਿਨ ਸਿਹਤ ਵਿਭਾਗ ਵੱਲੋਂ ਜਾਰੀ ਕੀਤੇ ਗਏ ਤਾਜ਼ਾ ਅੰਕੜਿਆਂ ਮੁਤਾਬਕ ਪੰਜਾਬ ਵਿੱਚ ਕੋਰੋਨਾ ਦੇ 5 ਨਵੇਂ ਕੇਸ ਸਾਹਮਣੇ ਆਏ ਹਨ, ਜਿਨ੍ਹਾਂ ਵਿੱਚੋਂ ਪਟਿਆਲਾ ਵਿੱਚ 4 ਤੇ ਸੰਗਰੂਰ ਜ਼ਿਲ੍ਹੇ ਵਿੱਚ 1 ਨਵੇਂ ਕੇਸ ਦੀ ਪੁਸ਼ਟੀ ਹੋਈ ਹੈ। ਇਹਨਾਂ ਨਵੇਂ ਕੇਸਾਂ ਨੂੰ ਮਿਲਾ ਕੇ ਸੂਬੇ ਭਰ ਵਿੱਚ ਵਾਇਰਸ ਤੋਂ ਪੀੜਤ ਮਰੀਜ਼ਾਂ ਦੀ ਗਿਣਤੀ 188 ਤੇ ਪਹੁੰਚ ਗਈ ਹੈ ਤੇ ਇਸ ਨਾਲ 13 ਮੌਤਾਂ ਹੋ ਚੁੱਕੀਆਂ ਹਨ। ਮਹਿਕਮੇ ਮੁਤਾਬਕ ਹੁਣ ਤੱਕ 28 ਮਰੀਜ਼ ਸਿਹਤਯਾਬ ਵੀ ਹੋਏ ਹਨ। ਸਿਹਤ ਵਿਭਾਗ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਹੁਣ ਤੱਕ 5,193 ਕਰੋਨਾ ਵਾਇਰਸ ਟੈਸਟ ਕੀਤੇ ਜਾ ਚੁੱਕੇ ਹਨ, ਜਿਸ ਵਿੱਚੋਂ 4,404 ਸ਼ੱਕੀ ਮਰੀਜ਼ਾਂ ਦੀ ਰਿਪੋਰਟ ਨੈਗੇਟਿਵ ਆਈ ਹੈ ਤੇ 603 ਟੈਸਟਾਂ ਦੀ ਰਿਪੋਰਟ ਅਜੇ ਆਉਣੀ ਬਾਕੀ ਹੈ। 10,324 ਸ਼ੱਕੀ ਮਰੀਜ਼ਾਂ ਨੂੰ ਘਰਾਂ ਵਿੱਚ ਏਕਾਂਤਵਾਸ ਕੀਤਾ ਗਿਆ, ਜਦਕਿ 1,416 ਵਿਅਕਤੀਆਂ ਨੂੰ ਵੱਖ-ਵੱਖ ਹਸਪਤਾਲਾਂ ਵਿੱਚ ਦਾਖਲ ਕਰਵਾਇਆ ਗਿਆ ਹੈ। ਕੋਵਿਡ-19 ਦੇ ਕੇਸਾਂ ਦੀ ਗਿਣਤੀ ਦੇ ਮੱਦੇਨਜ਼ਰ ਕੇਂਦਰ ਸਰਕਾਰ ਨੇ ਚੰਡੀਗੜ੍ਹ ਨੂੰ ਹੌਟਸਪੌਟ ਐਲਾਨਿਆ ਹੈ, ਜਿਸ ਮਗਰੋਂ ਰਾਜਪਾਲ ਅਤੇ ਪ੍ਰਸ਼ਾਸਕ VP ਸਿੰਘ ਬਦਨੌਰ ਵੱਲੋਂ ਚੰਡੀਗੜ੍ਹ ਵਿੱਚ ਲਾਕਡਾਊਨ ਦੇ ਨਿਯਮਾਂ ਦੀ ਸਖਤੀ ਨਾਲ ਪਾਲਣਾ ਕਰਨ ਦੇ ਹੁਕਮ ਜਾਰੀ ਕੀਤੇ ਗਏ ਹਨ। ਇਸ ਤੋਂ ਇਲਾਵਾ ਕੇਂਦਰੀ ਸਿਹਤ ਮੰਤਰਾਲੇ ਵੱਲੋਂ ਪੰਜਾਬ ਅਤੇ ਹਰਿਆਣਾ ਦੇ 4 ਜ਼ਿਲ੍ਹਿਆਂ ਦੀ ਹੌਟਸਪੌਟ ਵਜੋਂ ਨਿਸ਼ਾਨਦੇਹੀ ਹੋਈ ਹੈ। ਪੰਜਾਬ ਦੇ ਮੋਹਾਲੀ, ਜਲੰਧਰ, ਨਵਾਂ ਸ਼ਹਿਰ ਅਤੇ ਪਠਾਨਕੋਟ ਜ਼ਿਲ੍ਹਿਆਂ ਦੀ ਨਿਸ਼ਾਨਦੇਹੀ ਕੀਤੀ ਗਈ ਹੈ, ਜਦਕਿ ਹਰਿਆਣਾ ਦੇ ਗੁੜਗਾਉਂ, ਫਰੀਦਾਬਾਦ, ਪਲਵਲ ਤੇ ਨੂੰਹ ਜ਼ਿਲ੍ਹਿਆਂ ਨੂੰ ਕੋਰੋਨਾ ਹੌਟਸਪੌਟ ਵਰਗ ਵਿੱਚ ਰੱਖਿਆ ਗਿਆ ਹੈ। ਕੇਂਦਰੀ ਖਜ਼ਾਨਾ ਮੰਤਰੀ ਨਿਰਮਲਾ ਸੀਤਾਰਮਨ ਨੇ ਕਿਹਾ ਕਿ ਮੁਦਰਾ ਨੀਤੀ ਤਹਿਤ ਲਏ ਗਏ ਫੈਸਲੇ ਨਾਲ ਦੇਸ਼ ਅੰਦਰ ਅਰਥਚਾਰੇ ਦੀ ਖੜੋਤ ਨੂੰ ਦੂਰ ਕੀਤਾ ਜਾ ਸਕਦਾ ਹੈ। G20 ਮੁਲਕਾਂ ਦੇ ਖਜ਼ਾਨਾ ਮੰਤਰੀਆਂ ਤੇ ਕੇਂਦਰੀ ਬੈਂਕਾਂ ਦੇ ਗਵਰਨਰਾਂ ਵਿਚਾਲੇ ਹੋਈ ਵੀਡੀਓ ਕਾਨਫਰੰਸਿੰਗ ਦੌਰਾਨ ਖਜ਼ਾਨਾ ਮੰਤਰੀ ਨੇ ਭਾਰਤ ਸਰਕਾਰ ਵੱਲੋਂ ਲਾਕਡਾਊਨ ਦੌਰਾਨ ਉਠਾਏ ਗਏ ਕਦਮਾਂ ਤੇ ਚਾਨਣਾ ਪਾਇਆ।
उन्होंने कहा कि भारत सरकार वालों महामारी के इस दौर में हर लोड़वंद तक उचित ते समय सिर सहायता पहुँचाई गई है। सीतारमन ने दस्सिया कि बीते कुछ हफ्ते में माली मदद के तौर पर 32 करोड़ तो वध लोगों को तकरीबन 32,000 करोड़ रुपए दिते गए हैं। उन्होंने आख्या कि इस दौरान विशेष ध्यान वाले इलाके में सीधे लाभ ट्रांसफर को यकीनी बनाया गया तो डिजिटल टैक्नोलॉजी के जरिए यह संभव हो सकिया है। वीडियो कॉन्फ्रेंस दौरान खजाना मंत्री ने भारत सरकार, भारतीय रिजर्व बैंक और होर संबंधित अदारे वालों किए जा रहे यत्नों की भूमिका का भी जाणू करवाया। उन्होंने कोविड-19 के टाकरे लिए G20 मुल्कों को साझे तौर पर कदम चुकने की अपील की। उन्होंने आख्या कि एक सांझी योजना तहत आलमी पद्धर से सप्लाई लड़ी को चालू रखन, जनतक सेहत में तालमेल ते लोड़वंद मुल्कों की सहायता की जा सकती है तो G20 समूह इस विच अहम भूमिका निभा सकता है। सीधे टैक्सां बारे केंद्रीय बोर्ड ने बीते एक हफ्ते दौरान 4,250 करोड़ रुपए के 10 लाख तो वध रिफंड जारी किए हैं। बोर्ड ने नवी दिल्ली तो जारी एक बयान में दस्सिया कि कुल 1,84,000 करोड़ रुपए के 2 करोड़ 50 लाख तो वध रिफंड पहले ही जारी किए जा चुके हैं। पिछले हफ्ते बोर्ड ने नोटिफिकेशन जारी करदे कहा कि 5 लाख रुपए तक के इनकम टैक्स रिफंड टैक्स देने वालों कोविड-19 कारण किए गए लॉकडाउन में माली तौर पर सहायता प्रदान करके। उन्होंने आख्या कि इस हफ्ते कोई 2.25 लाख के करीब होर रिफंड जारी किए जाएंगे जिहड़े कि अजे प्रक्रिया के अधीन चल रहे हैं। बोर्ड ने दस्सिया कि आने वाले 5 तो 7 दिनों तक रिफंड की राशि करदातावां के बैंक खाते में भेज दी जाएगी। उन्होंने दस्सिया कि रिफंड लिए अर्जी देने वाले 1,74,000 करदातावां नूं रिफंड की सही राशि संबंधी जानकारी देने लई ईमेल राहीं संपर्क किया गया तां जो रिफंड जारी करने में किसी तरह की देरी ना होवे। केंद्रीय खेतीबाड़ी मंत्रालय ने खराब होने वाली जिनसां की अंतर सूबाई ढोआ ढवाई को निर्विघन ढंग नाल जारी रखने लई कॉल सेंटर स्थापित किया है। खेतीबाड़ी मंत्री नरेंद्र सिंह तोमर ने नवी दिल्ली में कृषि भवन तो ऑल इंडिया एग्री ट्रांसपोर्ट कॉल सेंटर की शुरुआत की। देशव्यापी लॉकडाउन की स्थिति में सब्जियां, फल ते होर किसान जिनसां नूं एक सूबे तो दूजे सूबे तक पहुंचाने में आने वाली किसी भी समस्या के हल लिए 24 घंटे चलने वाला एक कॉल सेंटर स्थापित किया गया है। अजिही वस्तां की ढोआ ढुआई में मुश्किल का सामना करने ते कोई भी व्यक्ति टैलीफोन नंबर 1800 180 4200 ਅਤੇ 144 88 नंबरां ते दिन ਜਾਂ रात वेले टैलीफोन कर सकता है। मंत्रालय मुताबिक इस कॉल सेंटर वालों खराब होने वाली वस्तां की अंतर सूबाई ढोआ ढुआई में तालमेल स्थापित करने की भूमिका भी निभाई जाएगी। एग्री कॉल सेंटर मंत्रालय के खेतीबाड़ी, सहकारिता ते किसान भलाई महकमे वालों चलाया जा रहा है। केंद्रीय सेहत मंत्री डॉक्टर हर्षवर्धन ने कोविड-19 की रोकथाम लिए विश्व सेहत संगठन के अधिकारियों रल मिल के काम करने की अपील की है। संगठन के सीनियर अधिकारियों नाल वीडियो कॉन्फ्रेंसिंग राਹੀਂ गलबात करदਿਆਂ डॉक्टर हर्षवर्धन ने कहा कि असी पहला भी मिल के पोलियो और चेचक जिहियां बीमारियों को खत्म कर चुके हाँ और इसे दी ते तुरदਿਆਂ असी नोवल करोना वायरस के टाकरे लिए विड्डी लड़ाई में जित हासिल करनी है। उन्होंने कहा कि इस लड़ाई में विश्व सेहत संगठन भारत का महत्वपूर्ण पाईवाल है तो भारत ने संगठन वालों दित्तियां गईयां सेहतां नूं अमली रूप दिता है। भारत में लॉकडाउन तहत अपनाए गए समाजिक दूरी के नियमां अते होर प्रबंधां ते प्रधानमंत्री नरेंद्र मोदी की अगवाई की शलाघा करदਿਆਂ सेहत मंत्री ने कहा कि असीं विश्व के होरनां मुल्कां के मुकाबले करोना वायरस की रोकथाम में काफ़ी हद तक सफल हुए हाँ। उन्होंने आख्या कि अजिहा करन विच डॉक्टरां ते होर मैडिकल अमले तो इलावा पुलिस ते सुरक्षा बलों का वड्डा योगदान है। Our incidence is per million the lowest in the whole world. It ranges between 4 to 8. At different times it has ranged like that. Although for many of these countries it is in few thousands, 2,000, 3,000, 1,000 like that. Right now we are quite well placed in the sense that we know our enemy. We also know where our enemy is, and the talk about these hotspots is, I think I must congratulate our surveillance people, our IDSP people, our WHO people, all those who are involved in this, and particularly all our state governments, that we have been able to pinpoint
ਇਸ ਮੀਟਿੰਗ ਦੌਰਾਨ WHO ਦੇ ਅਧਿਕਾਰੀਆਂ ਵੱਲੋਂ ਵੀ ਭਾਰਤੀ ਸਿਹਤ ਮਾਹਰਾਂ ਨਾਲ ਮਿਲ ਕੇ ਕੰਮ ਕਰਨ ਦਾ ਭਰੋਸਾ ਦਿੱਤਾ ਗਿਆ ਤੇ ਉਹਨਾਂ ਉਮੀਦ ਜਤਾਈ ਕਿ ਇਹਨਾਂ ਕੋਸ਼ਿਸ਼ਾਂ ਸਦਕਾ ਪੂਰਾ ਵਿਸ਼ਵ ਕੋਰੋਨਾ ਵਾਇਰਸ ਦੀ ਇਸ ਮਹਾਮਾਰੀ ਤੋਂ ਮੁੜ ਉਭਰੇਗਾ। ਕੌਮਾਂਤਰੀ ਮੁਦਰਾ ਕੋਸ਼ ਵੱਲੋਂ ਕੋਵਿਡ-19 ਦੇ ਟਾਕਰੇ ਲਈ ਭਾਰਤ ਸਰਕਾਰ ਵੱਲੋਂ ਕੀਤੇ ਗਏ ਯਤਨਾਂ ਦੀ ਸ਼ਲਾਘਾ ਕੀਤੀ ਗਈ ਹੈ। ਕੋਸ਼ ਤੇ ਏਸ਼ੀਆ ਤੇ ਪੈਸੀਫਿਕ ਵਿਭਾਗ ਦੇ ਡਾਇਰੈਕਟਰ ਚੌਂਗ ਯੋਂਗ ਨੇ ਕਿਹਾ ਕਿ ਭਾਰਤ ਨੇ ਲਾਕਡਾਊਨ ਦੀ ਮਿਆਦ ਨੂੰ ਵਧਾ ਕੇ ਵਾਇਰਸ ਦੀ ਰੋਕਥਾਮ ਲਈ ਸਖਤ ਕਦਮ ਉਠਾਇਆ ਹੈ, ਜਿਸ ਦੀ ਸ਼ਲਾਘਾ ਕਰਨੀ ਬਣਦੀ ਹੈ। ਉਨ੍ਹਾਂ ਆਖਿਆ ਕਿ IMF ਭਾਰਤ ਦੇ ਫੈਸਲੇ ਦਾ ਪੂਰਨ ਰੂਪ ਵਿੱਚ ਸਮਰਥਨ ਕਰਦਾ ਹੈ। ਏਸ਼ੀਆ ਪ੍ਰਸ਼ਾਂਤ ਖੇਤਰ ਵਿੱਚ ਕੋਰੋਨਾ ਵਾਇਰਸ ਕਾਰਨ ਪੈਦਾ ਹੋਈ ਆਰਥਿਕ ਮੰਗਹਾਲੀ ਦੇ ਬਾਰੇ ਗੱਲਬਾਤ ਕਰਦਿਆਂ ਚੌਂਗ ਯੋਂਗ ਨੇ ਕਿਹਾ ਕਿ ਅਗਲੇ ਵਰੇ ਕੰਟੇਨਮੈਂਟ ਨੀਤੀਆਂ ਨਾਲ ਅਰਥ-ਵਿਵਸਥਾ ਦੇ ਉਭਰਨ ਦੀ ਭਰਪੂਰ ਉਮੀਦ ਹੈ ਤੇ ਸਾਰੇ ਏਸ਼ੀਆਈ ਮੁਲਕਾਂ ਨੂੰ ਨੀਤੀਗਤ ਫੈਸਲੇ ਤਹਿਤ ਅਰਥਚਾਰੇ ਉਭਾਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। IMF ਵੱਲੋਂ ਏਸ਼ੀਆ ਪ੍ਰਸ਼ਾਂਤ ਮੁਲਕਾਂ ਨੂੰ ਸਿਫਾਰਸ਼ਾਂ ਜਾਰੀ ਕਰਦਿਆਂ ਉਨ੍ਹਾਂ ਆਖਿਆ ਕਿ ਮਹਾਮਾਰੀ ਦੇ ਦੌਰ ਵਿੱਚ ਸਾਰੇ ਮੁਲਕਾਂ ਨੂੰ ਸਿਹਤ ਸੈਕਟਰ ਨੂੰ ਬਿਹਤਰ ਬਣਾਉਣ ਲਈ ਪਹਿਲ ਕਰਨੀ ਚਾਹੀਦੀ ਹੈ ਤੇ ਉਸ ਤੋਂ ਬਾਅਦ ਅਰਥਚਾਰੇ ਦੀ ਰਫ਼ਤਾਰ ਨੂੰ ਸੁਧਾਰਨ ਤੇ ਧਿਆਨ ਦੇਣਾ ਚਾਹੀਦਾ ਹੈ। ਉਨ੍ਹਾਂ ਆਖਿਆ ਕਿ ਇਸ ਮਹਾਮਾਰੀ ਨਾਲ ਵਿੱਤ ਬਾਜ਼ਾਰ ਦੇ ਕੰਮਕਾਜ ਪੂਰੀ ਤਰ੍ਹਾਂ ਪ੍ਰਭਾਵਿਤ ਹੋਏ ਨੇ, ਜਿਨ੍ਹਾਂ ਨੂੰ ਆਉਣ ਵਾਲੇ ਸਮੇਂ ਵਿੱਚ ਮੁੜ ਲੀਹਾਂ ਤੇ ਲਿਆਉਣਾ ਇੱਕ ਵੰਗਾਰ ਵਾਲੀ ਗੱਲ ਹੈ। ਭਾਰਤ ਨੇ ਕੋਰੋਨਾ ਵਾਇਰਸ ਦੇ ਇਲਾਜ ਲਈ ਜੀਵਨ ਬਚਾਓ ਦਵਾਈਆਂ ਦੀ ਖੇਪ ਮੌਰੀਸ਼ੀਅਸ ਤੇ ਸੇਸ਼ਲਸ ਭੇਜੀ ਹੈ। ਭਾਰਤ ਵੱਲੋਂ ਇੱਕ ਵਿਸ਼ੇਸ਼ ਹਵਾਈ ਉਡਾਨ ਰਾਹੀਂ ਮੌਰੀਸ਼ੀਅਸ ਨੂੰ 5 ਲੱਖ ਹਾਈਡਰੋਕਸੀ ਕਲੋਰੋਕੁਇਨ ਦੀਆਂ ਗੋਲੀਆਂ ਭੇਜੀਆਂ ਗਈਆਂ ਹਨ। ਕੋਟ ਲੂਈਸ ਵਿਚਲੇ ਭਾਰਤੀ ਹਾਈ ਕਮਿਸ਼ਨ ਵੱਲੋਂ ਜਾਰੀ ਬਿਆਨ ਵਿੱਚ ਕਿਹਾ ਗਿਆ ਕਿ ਮੌਰੀਸ਼ੀਅਸ ਦੇ ਉਪ ਪ੍ਰਧਾਨ ਮੰਤਰੀ ਲੀਲਾ ਦੇਵੀ ਦੁਕੂਨ ਵੱਲੋਂ ਦਵਾਈਆਂ ਦੀ ਖੇਪ ਪ੍ਰਾਪਤ ਕੀਤੀ ਗਈ। ਇਸ ਤੋਂ ਇਲਾਵਾ ਇਸ ਖੇਪ ਵਿੱਚ 13 ਟਨ ਦੇ ਕਰੀਬ ਹੋਰ ਜੀਵਨ ਬਚਾਓ ਦਵਾਈਆਂ ਤੇ ਮੈਡੀਕਲ ਸਾਜ਼ੋ ਸਮਾਨ ਭੇਜਿਆ ਗਿਆ ਹੈ। ਭਾਰਤ ਵੱਲੋਂ ਦਵਾਈਆਂ ਦੀ ਅਗਲੀ ਖੇਪ ਆਉਣ ਵਾਲੇ ਕੁਝ ਹਫ਼ਤਿਆਂ ਦੌਰਾਨ ਭੇਜੀ ਜਾਵੇਗੀ। ਭਾਰਤ ਨੇ ਹਾਈਡਰੋਕਸੀ ਕਲੋਰੋਕੁਇਨ ਦਵਾਈ ਦੀ ਬਰਾਮਦਗੀ ਤੋਂ ਪਾਬੰਦੀਆਂ ਹਟਾ ਕੇ ਕੁਝ ਲੋੜਵੰਦ ਚੁਣੇ ਹੋਏ ਮੁਲਕਾਂ ਨੂੰ ਇਹ ਜੀਵਨ ਬਚਾਓ ਦਵਾਈ ਭੇਜੀ ਹੈ, ਜਿਨ੍ਹਾਂ ਵਿੱਚ ਅਮਰੀਕਾ ਵੀ ਸ਼ਾਮਲ ਹੈ। ਕੋਵਿਡ-19 ਮਹਾਮਾਰੀ ਦੇ ਇਸ ਦੌਰ ਵਿੱਚ ਭਾਰਤ ਨੇ ਮਨੁੱਖੀ ਆਧਾਰ ਤੇ ਲੋੜਵੰਦ ਮੁਲਕਾਂ ਦੀ ਸਹਾਇਤਾ ਕਰਨ ਦੀ ਵਚਨਬੱਧਤਾ ਦੁਹਰਾਈ ਹੈ। ਵਿਦੇਸ਼ ਮੰਤਰਾਲੇ ਨੇ ਗੁਜਰਾਤ ਦੇ ਹਸਪਤਾਲ ਵਿੱਚ ਮਰੀਜ਼ਾਂ ਨਾਲ ਧਾਰਮਿਕ ਵਿਤਕਰੇ ਤੇ ਅਮਰੀਕਾ ਦੀ ਧਾਰਮਿਕ ਆਜ਼ਾਦੀ ਬਾਰੇ ਕੌਮਾਂਤਰੀ ਕਮਿਸ਼ਨ ਵੱਲੋਂ ਰਿਪੋਰਟ ਦੀ ਕਰੜੀ ਨਿੰਦਾ ਕੀਤੀ ਹੈ। ਨਵੀਂ ਦਿੱਲੀ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਵਿਦੇਸ਼ ਮੰਤਰਾਲੇ ਦੇ ਬੁਲਾਰੇ ਅਨੁਰਾਗ ਸ਼੍ਰੀਵਾਸਤਵ ਨੇ ਕਿਹਾ ਕਿ ਅਮਰੀਕੀ ਕਮਿਸ਼ਨ ਵੱਲੋਂ ਜਾਰੀ ਕੀਤੀ ਗਈ ਰਿਪੋਰਟ ਸੱਚਾਈ ਤੋਂ ਕੋਹਾਂ ਦੂਰ ਹੈ ਤੇ ਇਸ ਨੂੰ ਤਿਆਰ ਕਰਨ ਵੇਲੇ ਤੱਥਾਂ ਨੂੰ ਨਹੀਂ ਵਿਚਾਰਿਆ ਗਿਆ। ਉਨ੍ਹਾਂ ਆਖਿਆ ਕਿ ਅਹਿਮਦਾਬਾਦ ਦੇ ਸਰਕਾਰੀ ਹਸਪਤਾਲ ਵਿੱਚ ਪੇਸ਼ੇਵਰ ਡਾਕਟਰਾਂ ਵੱਲੋਂ ਮੈਡੀਕਲ ਪ੍ਰੋਟੋਕੋਲ ਦੀ ਅਪਣਾਇਆ ਗਿਆ, ਜਿਸ ਤਹਿਤ ਕੋਰੋਨਾ ਦੇ ਮਰੀਜ਼ਾਂ ਤੇ ਹੋਰਨਾਂ ਸ਼ੱਕੀ ਮਰੀਜ਼ਾਂ ਨੂੰ ਵੱਖਰੇ ਤੌਰ ਤੇ ਰੱਖਿਆ ਗਿਆ ਹੈ। ਉਨ੍ਹਾਂ ਆਖਿਆ ਕਿ ਗੁਜਰਾਤ ਸਰਕਾਰ ਨੇ ਵੀ ਇਸ ਸੰਬੰਧੀ ਸਪਸ਼ਟੀਕਰਨ ਦਿੰਦਿਆਂ ਕਿਹਾ ਹੈ ਕਿ ਸਿਵਲ ਹਸਪਤਾਲ ਵਿੱਚ ਮਰੀਜ਼ਾਂ ਨਾਲ ਕਿਸੇ ਵੀ ਧਰਮ ਦੇ ਆਧਾਰ ਤੇ ਵਿਤਕਰਾ ਨਹੀਂ ਕੀਤਾ ਜਾਂਦਾ। ਬੁਲਾਰੇ ਨੇ ਕਿਹਾ ਕਿ ਅਮਰੀਕੀ ਕਮਿਸ਼ਨ ਨੂੰ ਅਜਿਹੀਆਂ ਹਰਕਤਾਂ ਤੋਂ ਬਾਜ਼ ਆਉਣਾ ਚਾਹੀਦਾ ਹੈ ਤੇ ਅਜਿਹੇ ਮਾਮਲਿਆਂ ਨੂੰ ਫਿਰਕੂ ਰੰਗਤ ਨਹੀਂ ਦੇਣੀ ਚਾਹੀਦੀ। ਇੰਡੀਅਨ ਕਾਉਂਸਲ ਆਫ ਮੈਡੀਕਲ ਰਿਸਰਚ ਮੁਤਾਬਕ ਕੋਰੋਨਾ ਵਿਸ਼ਾਣੂ ਚਮਗਿੱਦੜਾਂ ਵਿੱਚ ਪਾਇਆ ਜਾਂਦਾ ਹੈ, ਪਰ ਮਨੁੱਖਾਂ ਵਿੱਚ ਇਸ ਦਾ ਫੈਲਾਅ ਨਾਮਾਤਰ ਹੈ। ਨਵੀਂ ਦਿੱਲੀ ਵਿੱਚ ਕੋਰੋਨਾ ਸੰਬੰਧੀ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕੌਂਸਲ ਦੇ ਛੂਤ ਦੀਆਂ ਬਿਮਾਰੀਆਂ ਬਾਰੇ ਵਿਭਾਗ ਦੇ ਮੁਖੀ ਰਮਨ ਆਰ ਗੰਗਾਖੇਡਕਰ ਨੇ ਕਿਹਾ ਕਿ ਹਾਲ ਹੀ ਵਿੱਚ ਕੀਤੀਆਂ ਗਈਆਂ ਖੋਜਾਂ ਮੁਤਾਬਕ ਚਮਗਿੱਦੜਾਂ ਵਿੱਚ ਕੋਰੋਨਾ ਵਿਸ਼ਾਣੂ ਪਾਏ ਗਏ ਨੇ, ਪਰ ਮਨੁੱਖ ਜਾਂ ਹੋਰਨਾਂ ਪਸ਼ੂ ਪੰਛੀਆਂ ਵਿੱਚ ਇਸ ਦੇ ਫੈਲਾਅ ਦਾ ਕੋਈ ਸੰਕੇਤ ਨਹੀਂ ਮਿਲਦਾ। ਉਨ੍ਹਾਂ ਆਖਿਆ ਕਿ ਜੇਕਰ ਅਜਿਹਾ ਹੁੰਦਾ ਤਾਂ ਇਹ ਬਹੁਤ ਹੀ ਵਿਲੱਖਣ ਸਥਿਤੀ ਹੋਵੇਗੀ। ਗੰਗਾਖੇਡਕਰ ਨੇ ਦੱਸਿਆ ਹੈ ਕਿ ਚੀਨ ਵੱਲੋਂ ਕੀਤੀ ਗਈ ਖੋਜ ਮੁਤਾਬਕ ਇਹ ਵਾਇਰਸ ਚਮਗਿੱਦੜਾਂ ਤੋਂ ਪੈਂਗੋਲਿਨ ਤੇ ਬਾਅਦ ਵਿੱਚ ਮਨੁੱਖਾਂ ਤੱਕ ਪਹੁੰਚਿਆ ਹੈ। ਗੰਗਾਖੇਡਕਰ ਨੇ ਕਿਹਾ ਕਿ ਚੀਨ ਦੀ ਇਸ ਖੋਜ ਦੇ ਪੱਖ ਤੇ ਵੀ ਧਿਆਨ ਦਿੱਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਭਾਰਤ ਦੇ ਕਈ ਸੂਬਿਆਂ ਵਿੱਚ ਪਾਏ ਜਾਣ ਵਾਲੇ ਚਮਗਿੱਦੜਾਂ ਵਿੱਚ 2 ਪ੍ਰਕਾਰ ਦੇ ਕੋਰੋਨਾ ਵਿਸ਼ਾਣੂ ਪਾਏ ਜਾਂਦੇ ਨੇ, ਜਿਹੜੇ ਕਿ ਮਨੁੱਖਾਂ ਤੱਕ ਫੈਲਾਅ ਦੇ ਸਮਰੱਥ ਨਹੀਂ ਹਨ। ਕੋਵਿਡ-19 ਮਹਾਮਾਰੀ ਤੋਂ ਬਚਣ ਲਈ ਫਿਲਮ, ਖੇਡ ਜਗਤ ਅਤੇ ਹੋਰਨਾਂ ਪ੍ਰਸਿੱਧ ਸ਼ਖਸੀਅਤਾਂ ਵੱਲੋਂ ਲਗਾਤਾਰ ਲੋਕਾਂ ਨੂੰ ਸੁਚੇਤ ਰਹਿਣ ਦੀ ਅਪੀਲ ਕੀਤੀ ਜਾ ਰਹੀ ਹੈ। ਇਸ ਤਹਿਤ ਫਿਲਮ ਅਦਾਕਾਰਾ ਵਾਮੀ ਕਬੀ ਨੇ ਕੋਰੋਨਾ ਵਾਇਰਸ ਦੀ ਮਹਾਮਾਰੀ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਦਿਆਂ ਸਮਾਜਿਕ ਜ਼ਿੰਮੇਵਾਰੀ ਨਿਭਾਉਣ ਦੀ ਅਪੀਲ ਕੀਤੀ ਹੈ। ਉਨ੍ਹਾਂ ਆਖਿਆ ਕਿ ਇਸ ਮਹਾਮਾਰੀ ਤੇ ਚੱਲਦਿਆਂ ਸਰਕਾਰ ਵੱਲੋਂ ਜਾਰੀ ਹਦਾਇਤਾਂ ਮੁਤਾਬਕ ਸਾਨੂੰ ਸਾਫ਼ ਸਫਾਈ ਤੇ ਸਮਾਜਿਕ ਫਾਸਲੇ ਦੇ ਨਿਯਮ ਨੂੰ ਅਪਣਾਉਣਾ ਚਾਹੀਦਾ ਹੈ। ਉਨ੍ਹਾਂ ਮੌਜੂਦਾ ਸਮੇਂ ਵਿੱਚ ਬਜ਼ੁਰਗਾਂ ਦੀ ਸੰਭਾਲ ਤੇ ਵੀ ਵਿਸ਼ੇਸ਼ ਜ਼ੋਰ ਦਿੱਤਾ ਹੈ। हेलो दोस्तों, नमस्कार, सत श्री अकाल ते आदाब। मैं हाँ तुहाडी अपनी वामिका गब्बी। दुनिया भर दे विच कोरोना वायरस ने अपना कहर बरपाया होया है। मौजूदा लॉकडाउन दे चलदियां कोरोना तो बचन ते इस नूं दूर भजाउण वास्ते सानूं कुछ गल्लां दा खास ध्यान रखना चाहिदा है, जिवें कि अपने बुजुर्गां दा विशेष ध्यान रखना, समाजिक दूरी भाव सोशल डिस्टेंस बना के रखना, घरों बाहर नहीं निकलना, वार-वार साबुन नाल या सैनिटाइजर नाल हथ साफ रखने, मूंह नूं मास्क या साफ कपड़े नाल ढकना। कोरोना नाल लड़ रहे योद्धा जिवें डॉक्टर, नर्सां, पुलिस
ਸਫਾਈ ਕਰਮਚਾਰੀਆਂ ਆਦਿ ਦਾ ਸਨਮਾਨ ਕਰਨਾ ਤੇ ਹੌਸਲਾ ਵਧਾਉਣਾ। ਸੋ ਦੋਸਤੋ, ਲੋਕਡਾਊਨ ਦੀ ਪਾਲਣਾ ਕਰੋ, ਖੁਦ, ਦੂਸਰਿਆਂ ਤੇ ਦੇਸ਼ ਨੂੰ ਬਚਾਓ। ਰੱਬ ਰੱਖਾ। ਕੋਵਿਡ-19 ਕਾਰਨ ਪੰਜਾਬ ਵਿੱਚ ਲਗਾਏ ਗਏ ਕਰਫਿਊ ਦੌਰਾਨ ਕਣਕ ਦੀ ਸਰਕਾਰੀ ਖਰੀਦ ਦਾ ਕੱਲ੍ਹ ਕੰਮ ਸ਼ੁਰੂ ਹੋਣ ਮਗਰੋਂ ਪਹਿਲੇ ਦਿਨ ਕੇਵਲ 3119 ਮੀਟ੍ਰਿਕ ਟਨ ਕਣਕ ਦੀ ਖਰੀਦ ਕੀਤੀ ਗਈ। ਪੰਜਾਬ ਸਰਕਾਰ ਵੱਲੋਂ ਖਰੀਦ ਸੰਬੰਧੀ ਜਾਰੀ ਕੀਤੀਆਂ ਗਈਆਂ ਹਦਾਇਤਾਂ ਮੁਤਾਬਕ ਕਿਸਾਨਾਂ ਨੂੰ ਮੰਡੀਆਂ ਵਿੱਚ ਕਣਕ ਲਿਆਉਣ ਲਈ ਮਾਰਕੀਟ ਕਮੇਟੀਆਂ ਤੇ ਆੜ੍ਹਤੀਆਂ ਰਾਹੀਂ ਪਾਸ ਮੁਹੱਈਆ ਕਰਵਾਏ ਜਾ ਰਹੇ ਨੇ ਤਾਂ ਜੋ ਮੰਡੀਆਂ ਵਿੱਚ ਸਮਾਜਿਕ ਦੂਰੀ ਨੂੰ ਬਰਕਰਾਰ ਰੱਖਦਿਆਂ ਇਕੱਠ ਨਾ ਹੋ ਦਿੱਤਾ ਜਾਵੇ। ਇਸ ਦੌਰਾਨ ਖੁਰਾਕ ਤੇ ਸਿਵਲ ਸਪਲਾਈ ਮੰਤਰੀ ਭਾਰਤ ਭੂਸ਼ਣ ਆਸ਼ੂ ਨੇ ਕਿਹਾ ਕਿ 48 ਘੰਟਿਆਂ ਦੌਰਾਨ ਖਰੀਦੀ ਗਈ ਜਿਨਸ ਦੀ ਅਦਾਇਗੀ ਕਰ ਦਿੱਤੀ ਜਾਏਗੀ। ਉਨ੍ਹਾਂ ਆਖਿਆ ਕਿ ਸੂਬੇ ਦੇ ਕਿਸਾਨਾਂ ਨੂੰ ਕਣਕ ਦੀ ਅਦਾਇਗੀ ਵਿੱਚ ਦਿੱਕਤਾਂ ਪੇਸ਼ ਨਹੀਂ ਆਉਣ ਦਿੱਤੀਆਂ ਜਾਣਗੀਆਂ। ਪੰਜਾਬ ਮੰਡੀ ਬੋਰਡ ਨੇ ਕਣਕ ਦੀ ਖਰੀਦ ਦੇ ਕੰਮਾਂ ਵਿੱਚ ਵਿਘਨ ਪਾਉਣ ਵਾਲੇ ਅਨਸਰਾਂ ਖਿਲਾਫ ਸਖਤ ਕਾਰਵਾਈ ਕਰਨ ਲਈ ਨਿਰਦੇਸ਼ ਜਾਰੀ ਕੀਤੇ ਹਨ। ਚੰਡੀਗੜ੍ਹ ਤੋਂ ਜਾਰੀ ਇੱਕ ਬਿਆਨ ਵਿੱਚ ਬੋਰਡ ਦੇ ਸਕੱਤਰ ਰਵੀ ਭਗਤ ਨੇ ਦੱਸਿਆ ਹੈ ਕਣਕ ਦੀ ਸਰਕਾਰੀ ਖਰੀਦ ਦੇ ਪਹਿਲੇ ਦਿਨ ਸੂਬੇ ਵਿੱਚ ਕਈ ਥਾਈਂ ਆੜ੍ਹਤੀਆਂ ਤੇ ਹੋਰਨਾਂ ਵੱਲੋਂ ਕਣਕ ਦੀ ਖਰੀਦ ਦਾ ਬਾਈਕਾਟ ਕਰਨ ਤੇ ਵਿਘਨ ਪਾਉਣ ਦੀ ਜਾਣਕਾਰੀ ਮਿਲੀ ਸੀ। ਉਨ੍ਹਾਂ ਆਖਿਆ ਕਿ ਕਿਸੇ ਵੀ ਵਿਅਕਤੀ ਵੱਲੋਂ ਅਜਿਹੀ ਕਾਰਵਾਈ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਰਵੀ ਭਗਤ ਨੇ ਦੱਸਿਆ ਕਿ ਅਜਿਹੇ ਆੜ੍ਹਤੀਆਂ ਖਿਲਾਫ ਤੁਰੰਤ ਕਾਰਵਾਈ ਕਰਨ ਲਈ ਨਿਰਦੇਸ਼ ਪਹਿਲਾਂ ਹੀ ਜਾਰੀ ਕੀਤੇ ਜਾ ਚੁੱਕੇ ਹਨ। ਅਮਰੀਕਾ ਨੇ ਵਿਸ਼ਵ ਸਿਹਤ ਸੰਗਠਨ ਨੂੰ ਦਿੱਤੀ ਜਾਣ ਵਾਲੀ ਮਾਲੀ ਮਦਦ ਤੇ ਰੋਕ ਲਗਾ ਦਿੱਤੀ ਹੈ। ਵਾਈਟ ਹਾਊਸ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸੰਗਠਨ ਤੇ ਫਰਜ਼ ਨਿਭਾਉਣ ਵਿੱਚ ਨਾਕਾਮ ਰਹਿਣ ਦਾ ਦੋਸ਼ ਲਗਾਇਆ ਹੈ। ਉਨ੍ਹਾਂ ਇਹ ਵੀ ਆਖਿਆ ਹੈ ਕਿ ਸੰਗਠਨ ਦੀ ਜਵਾਬਦੇਹੀ ਵੀ ਤੈਅ ਕੀਤੀ ਜਾਣੀ ਚਾਹੀਦੀ ਹੈ। ਡੋਨਾਲਡ ਟਰੰਪ ਨੇ ਕਿਹਾ ਕਿ ਕੋਰੋਨਾ ਵਾਇਰਸ ਦੇ ਪਸਾਰ ਨੂੰ ਰੋਕਣ ਤੇ ਇਸ ਪੂਰੇ ਘਟਨਾਕ੍ਰਮ ਤੇ ਪਰਦਾ ਪਾਉਣ ਦੇ ਯਤਨਾਂ ਵਿੱਚ ਵਿਸ਼ਵ ਸਿਹਤ ਸੰਗਠਨ ਦੀ ਭੂਮਿਕਾ ਦੀ ਸਮੀਖਿਆ ਕੀਤੀ ਜਾਣੀ ਚਾਹੀਦੀ ਹੈ। ਅਮਰੀਕਾ ਵਿਸ਼ਵ ਸਿਹਤ ਸੰਗਠਨ ਨੂੰ ਸਾਲਾਨਾ 40 ਤੋਂ 50 ਕਰੋੜ ਡਾਲਰ ਦੀ ਫੰਡਿੰਗ ਕਰਦਾ ਹੈ। ਭਾਰਤੀ ਕ੍ਰਿਕਟ ਕੰਟਰੋਲ ਬੋਰਡ ਨੇ ਇਸ ਸਵੇਰੇ ਹੋਣ ਵਾਲੀ ਇੰਡੀਅਨ ਪ੍ਰੀਮੀਅਰ ਲੀਗ ਨੂੰ ਅਣਮਿੱਥੇ ਸਮੇਂ ਲਈ ਮੁਲਤਵੀ ਕਰ ਦਿੱਤਾ ਹੈ। ਬੋਰਡ ਦੇ ਪ੍ਰਧਾਨ ਸੌਰਵ ਗਾਂਗੁਲੀ ਨੇ ਐਲਾਨ ਕਰਦਿਆਂ ਦੱਸਿਆ ਕਿ IPL ਦਾ ਇਸ ਸਵੇਰੇ ਦਾ ਟੂਰਨਾਮੈਂਟ ਪਹਿਲਾਂ 29 ਮਾਰਚ ਨੂੰ ਹੋਣਾ ਸੀ, ਜਿਸ ਨੂੰ ਬਾਅਦ ਵਿੱਚ 15 ਅਪ੍ਰੈਲ ਤੇ ਟਾਲ ਦਿੱਤਾ ਗਿਆ ਹੈ। ਉਨ੍ਹਾਂ ਆਖਿਆ ਕਿ ਦੇਸ਼ ਅਤੇ ਦੁਨੀਆ ਭਰ ਵਿੱਚ ਕੋਰੋਨਾ ਮਹਾਮਾਰੀ ਕਾਰਨ ਪੈਦਾ ਹੋਈ ਸਥਿਤੀ ਦੇ ਚੱਲਦਿਆਂ ਇਸ ਲੀਗ ਨੂੰ ਅਣਮਿੱਥੇ ਸਮੇਂ ਲਈ ਟਾਲਣ ਦਾ ਫੈਸਲਾ ਕੀਤਾ ਗਿਆ ਹੈ। ਬੋਰਡ ਨੇ ਸਪਸ਼ਟ ਕੀਤਾ ਹੈ ਕਿ ਫਿਲਹਾਲ ਇਨਡੋਰ ਮੈਦਾਨਾਂ ਵਿੱਚ ਖਿਡਾਰੀਆਂ ਵੱਲੋਂ ਪ੍ਰੈਕਟਿਸ ਕੀਤੇ ਜਾਣ ਬਾਰੇ ਕੋਈ ਫੈਸਲਾ ਨਹੀਂ ਲਿਆ ਗਿਆ। ਸੋ ਜੀ ਸਨ ਇਸ ਬੁਲੇਟਿਨ ਦੀਆਂ ਖਬਰਾਂ। ਹੁਣ ਇਜਾਜ਼ਤ ਦਿਓ। ਨਮਸਕਾਰ।